ਅੱਜ ਆਪਾਂ ਪੰਜਾਬ ਦੇ ਲੋਕ ਕਿੱਤੇ ਅਤੇ ਲੋਕ ਕਲਾਵਾਂ ਬਾਰੇ ਕਿਰਪਾਲ ਕਜ਼ਾਕ ਦੁਆਰਾ ਲਿਖਿਆ ਗਿਆ ਲੇਖ ਪੜ੍ਹਾਂਗੇ। ਕਿਰਪਾਲ ਕਜ਼ਾਕ ਪੰਜਾਬ ਦੇ ਸਿਰਮੌਰ ਕਹਾਣੀਕਾਰ ਅਤੇ ਵਾਰਤਕ ਲੇਖਕ ਨੇ। ਤੁਸੀਂ ਜਾਣ ਕੇ ਹੈਰਾਨ ਹੋਵੋਗੇ ਕਿ ਕਿਰਪਾਲ ਕਜ਼ਾਕ ਨੇ ਆਪਣੀ ਪੜ੍ਹਾਈ ਸਿਰਫ 10ਵੀਂ ਤੱਕ ਕੀਤੀ ਹੈ। ਇਸ ਪੜ੍ਹਾਈ ਦੇ ਨਾਲ ਹੀ ਆਪਣੀ ਕਲਾ ਦੇ ਦੁਆਰਾ ਉਹ ਯੂਨੀਵਰਸਿਟੀ ਪ੍ਰੋਫੈਸਰ ਰਹੇ। ਤਰਖਾਣ ਦਾ ਕੰਮ ਕਰਦੇ ਕਰਦੇ ਆਪਣੀ ਸਾਹਿਤਕ ਅਤੇ ਖੋਜੀ ਯੋਗਤਾ ਸਦਕਾ ਨਾ ਕਿ ਡਿਗਰੀਆਂ ਸਦਕਾ ਪਹਿਲਾਂ ਪੰਜਾਬੀ ਯੂਨੀਵਰਸਿਟੀ ਵਿੱਚ ਖੋਜ ਸਹਾਇਕ ਨਿਯੁਕਤ ਹੋਏ ਅਤੇ ਪਿੱਛੋਂ ਪ੍ਰੋਫੈਸਰ ਦੇ ਅਹੁਦੇ ਤੱਕ ਵੀ ਪਹੁੰਚੇ। ਉਹਨਾਂ ਕੋਲ ਜ਼ਿੰਦਗੀ ਦੇ ਵਿਭਿੰਨ ਖੇਤਰਾਂ ਦਾ ਅਮੀਰ ਅਨੁਭਵ ਹੈ। ਉਹਨਾਂ ਕੋਲ ਠੁੱਕਦਾਰ ਮਲਵਈ ਭਾਸ਼ਾਈ ਮੁਹਾਵਰਾ ਹੈ ਜਿਸ ਦੀ ਅਸੀਂ ਅੱਜ ਕੱਲ੍ਹ ਬਿਲਕੁਲ ਕਦਰ ਨਹੀਂ ਕਰਦੇ। ਇਸ ਕਰਕੇ ਸਾਨੂੰ ਜੇ ਅਸੀਂ ਆਪਣੇ ਅੰਦਰ ਕੋਈ ਕਲਾ ਲੈ ਕੇ ਆਉਣੀ ਹੈ ਤਾਂ ਸਾਨੂੰ ਆਪਣੇ ਆਲੇ ਦੁਆਲੇ ਦੀਆਂ ਚੀਜ਼ਾਂ ਦੀ ਕਦਰ ਕਰਨੀ ਪਵੇਗੀ। ਕਿਰਪਾਲ ਕਜ਼ਾਕ ਨੂੰ ਉਹਨਾਂ ਦੇ ਕਹਾਣੀ ਸੰਗ੍ਰਹਿ ਅੰਤਰਹੀਣ ਲਈ ਸਾਹਿਤਕ ਅਕਾਦਮੀ ਪੁਰਸਕਾਰ ਮਿਲਿਆ। ਹੁਣ ਆਪਾਂ ਪੰਜਾਬ ਦੇ ਲੋਕ ਕਿੱਤੇ ਅਤੇ ਲੋਕ ਕਲਾਵਾਂ ਬਾਰੇ ਪੜ੍ਹ ਰਹੇ ਹਾਂ। ਸਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਲੋਕ ਕਲਾ ਕੀ ਹੁੰਦੀ ਹੈ। ਲੋਕ ਕਲਾ ਦੀ ਜੋ ਉਦਾਹਰਨ ਪਰਿਭਾਸ਼ਾ ਹੈ ਉਹ ਮੈਂ ਤੁਹਾਨੂੰ ਡਾਕਟਰ ਵਣਜਾਰਾ ਵੇਦੀ ਦੇ ਲੋਕਧਾਰਾ ਵਿਸ਼ਵਕੋਸ਼ ਦੇ ਵਿੱਚੋਂ ਤੁਹਾਡੇ ਲਈ ਲਿਖੀ ਹੈ। ਲੋਕ ਕਲਾ ਕੀ ਹੁੰਦੀ ਹੈ? ਸਰੀਰਕ ਲੋੜਾਂ ਵਾਂਗ ਮਨੁੱਖ ਦੀਆਂ ਕੁਝ ਮਾਨਸਿਕ ਲੋੜਾਂ ਵੀ ਹਨ ਜਿਨ੍ਹਾਂ ਦੀ ਤ੍ਰਿਪਤੀ ਸੁਹਜ ਰਸ ਨਾਲ ਹੁੰਦੀ ਹੈ। ਸੁਹਜ ਨੂੰ ਮਾਣਨ ਦੀ ਇੱਛਾ ਨੇ ਕਲਾ ਨੂੰ ਜਨਮ ਦਿੱਤਾ। ਅਸੀਂ ਜਦੋਂ ਕੋਈ ਕੰਮ ਕਰਦੇ ਹਾਂ ਤਾਂ ਸਾਨੂੰ ਉਹਦੇ ਵਿੱਚ ਸਵਾਦ ਆਉਂਦਾ, ਇੱਕ ਮਿੰਨਾ ਸਵਾਦ, ਠੀਕ ਹੈ, ਉਸ ਨੂੰ ਸੁਹਜ ਕਹਿ ਦਿੰਦੇ ਹਾਂ। ਉਹ ਕਲਾ ਜਿਸ ਨੂੰ ਆਦਿ ਕਾਲ ਤੋਂ ਅਨੇਕਾਂ ਕਿਰਤੀਆਂ ਨੇ ਆਪਣੇ ਅਨੁਭਵ ਨਾਲ ਸਿੰਜ ਕੇ ਰਸਾਇਆ, ਪਕਾਇਆ ਅਤੇ ਨਿਖਾਰਿਆ ਹੈ, ਜੋ ਪਰੰਪਰਾ ਦੀ ਧਾਰਾ ਦਾ ਅੰਗ ਬਣ ਕੇ ਵਿਗਸੀ, ਲੋਕ ਕਲਾ ਅਖਵਾਈ। ਲੋਕ ਕਲਾ ਜੀਵਨ ਦੀਆਂ ਲੋੜਾਂ ਵਿੱਚੋਂ ਉਪਜੀ ਹੋਣ ਕਰਕੇ ਜਨ ਜੀਵਨ ਅਤੇ ਸੱਭਿਆਚਾਰ ਨਾਲ ਇੱਕ ਰਸ ਹੁੰਦੀ ਹੈ। ਲੋਕ ਕਲਾ ਪਿੰਡ ਦੇ ਅੱਲੜ ਲੋਕਾਂ ਦੀਆਂ ਅੰਤਰੀਵ ਖਵਾਇਸ਼ਾਂ, ਭਾਵਨਾਵਾਂ, ਤਜਰਬਿਆਂ ਦਾ ਸੁਭਾਵਿਕ ਪ੍ਰਗਟਾਵਾ ਹੈ। ਇਸ ਵਿੱਚ ਸਦੀਆਂ ਤੋਂ ਚੱਲੀਆਂ ਆ ਰਹੀਆਂ ਕਲਾ ਰੁਚੀਆਂ ਸਹਿਜ ਭਾਵ ਵਿੱਚ ਹੀ ਪ੍ਰਫੁੱਲਿਤ ਹੁੰਦੀਆਂ ਰਹੀਆਂ ਹਨ। ਪੀੜ੍ਹੀਆਂ ਦਾ ਅਨੁਭਵ ਖੁਰਕ ਕੇ ਇਸ ਕਲਾ ਨੂੰ ਨਿਖਾਰਦਾ ਅਤੇ ਸੰਵਾਰਦਾ ਹੈ। ਮਨੁੱਖ ਵਿੱਚ ਜਨਮ ਤੋਂ ਸੁੰਦਰਤਾ ਦੀ ਭੁੱਖ ਹੁੰਦੀ ਹੈ। ਇਸ ਦੀ ਤ੍ਰਿਪਤੀ ਸਧਾਰਨ ਜੀਵਨ ਵੇਗ ਵਿੱਚ ਇੱਕ ਲੋਕ ਕਲਾ ਹੀ ਕਰਦੀ ਹੈ। ਨਿੱਤ ਵਰਤੋਂ ਦੀਆਂ ਚੀਜ਼ਾਂ ਨੂੰ ਲੋਕ ਕਲਾ ਇੱਕ ਜਲਾਉ ਬਖਸ਼ਦੀ ਹੈ ਅਤੇ ਸਧਾਰਨ ਤੋਂ ਅਸਧਾਰਨ ਬਣਾ ਦਿੰਦੀ ਹੈ। ਘਰਾਂ ਵਿੱਚ ਵਰਤਦੇ ਆਪਾਂ ਖੇਸ, ਦਰੀਆਂ, ਗਲੀਚੇ, ਫੁਲਕਾਰੀਆਂ, ਲੱਕੜੀ ਜਾਂ ਖੰਦ ਦੀਆਂ ਬਣੀਆਂ ਘਰੋਗੀ ਵਰਤੋਂ ਦੀਆਂ ਕਲਾ ਕਿਰਤੀਆਂ, ਵੰਨ ਸਵੰਨੇ ਗਹਿਣੇ, ਮਿੱਟੀ ਜਾਂ ਧਾਤ ਦੇ ਬਣੇ ਬਰਤਨ, ਕੰਧਾਂ ਉੱਤੇ ਉੱਕਰੇ ਦੇਵੀ ਦੇਵਤਿਆਂ, ਜਾਨਵਰਾਂ ਅਤੇ ਫੁੱਲਾਂ ਦੇ ਚਿੱਤਰਾਂ ਨਾਲ, ਮਿੱਟੀ ਜਾਂ ਪੱਥਰ ਦੀਆਂ ਬਣਾਈਆਂ ਮੂਰਤੀਆਂ ਰਾਹੀਂ ਇਹ ਕਲਾ ਸਾਡੇ ਜੀਵਨ ਵਿੱਚ ਸੁਹਜ ਖਿਲਾਰਦੀ ਹੈ। ਸਾਡੀਆਂ ਕਲਾ ਰੁਚੀਆਂ ਨੂੰ ਸੰਤੁਸ਼ਟ ਕਰਨ ਦੇ ਨਾਲ ਮਾਨਸਿਕ ਅਤੇ ਆਤਮਿਕ ਤ੍ਰਿਪਤੀ ਦਿੰਦੀ ਹੈ। ਲੋਕ ਕਲਾ ਦਾ ਮੁੱਢ ਬੋਲੀ ਜਾਂ ਲਿਪੀ ਵਾਂਗ ਦੈਵੀ ਹੈ। ਕਿਹਾ ਜਾਂਦਾ ਹੈ ਕਿ ਸੰਸਾਰ ਦੇ ਮੁੱਢ ਵਿੱਚ ਭੈ ਅਜੀਤ ਨਾਂ ਦਾ ਇੱਕ ਸੱਤਵਤੀ ਰਾਜਾ ਹੋਇਆ ਜੋ ਪੂਜਾ ਪਾਠ ਅਤੇ ਤਪੱਸਿਆ ਦੇ ਨਾਲ ਨਾਲ ਲੋਕਾਂ ਦੇ ਸੁੱਖ ਸਾਧਨਾਂ ਲਈ ਸੋਚਦਾ ਰਹਿੰਦਾ। ਉਸਨੇ ਆਪਣੀ ਨਗਰੀ ਨੂੰ ਸਵਰਗ ਵਾਂਗ ਖੁਸ਼ਹਾਲ ਬਣਾਇਆ ਹੋਇਆ ਸੀ। ਇਸੇ ਨਗਰ ਵਿੱਚ ਇੱਕ ਨੇਕ ਬ੍ਰਾਹਮਣ ਰਹਿੰਦਾ ਸੀ ਜਿਸ ਦੇ ਘਰ ਇੱਕ ਸਹਿਕ ਸਕੀਮਾ ਬੱਚਾ ਸੀ। ਇਸ ਬ੍ਰਾਹਮਣ ਨੇ ਉਸ ਦੀ ਲੰਮੀ ਆਯੂ ਲਈ ਸਾਰੇ ਸੰਸਕਾਰ ਧਰਮ ਮਰਯਾਦਾ ਅਨੁਸਾਰ ਕੀਤੇ ਸਨ, ਪਰ ਫਿਰ ਵੀ ਅਚਾਨਕ ਇਸ ਬੱਚੇ ਦੀ ਮੌਤ ਹੋ ਗਈ। ਇਸ ਤੋਂ ਪਹਿਲਾਂ ਇਸ ਨਗਰੀ ਵਿੱਚ ਕਦੇ ਕੋਈ ਬੱਚਾ ਛੋਟੀ ਉਮਰ ਵਿੱਚ ਨਹੀਂ ਸੀ ਮਰਿਆ। ਲੋਕੀ ਖਾ ਹੰਢਾ ਕੇ ਮਰਦੇ ਸਨ। ਸੋ ਲੋਕਾਂ ਕਿਹਾ ਕਿ ਇਸ ਨਗਰੀ ਵਿੱਚ ਜ਼ਰੂਰ ਕੋਈ ਅਜਿਹਾ ਉਪੱਦਰ ਹੋਇਆ ਹੈ ਜਿਸ ਕਰਕੇ ਬੱਚੇ ਦੀ ਮੌਤ ਹੋ ਗਈ ਹੈ। ਰਾਜੇ ਨੂੰ ਬੜਾ ਦੁੱਖ ਹੋਇਆ। ਉਸਨੇ ਪੂਜਾ ਪਾਠ ਅਤੇ ਤਪਾਂ ਦੁਆਰਾ ਇਕੱਠੀ ਕੀਤੀ ਸ਼ਕਤੀ ਨਾਲ ਜਮਦੂਤਾਂ ਦੇ ਕੰਮ ਵਿੱਚ ਵਿਘਨ ਪਾਇਆ। ਜਦੋਂ ਬ੍ਰਹਮਾ ਦੇਵਤੇ ਨੂੰ ਇਸ ਗੱਲ ਦੀ ਖਬਰ ਹੋਈ ਤਾਂ ਉਹ ਖੁਦ ਮਾਤ ਲੋਕ ਵਿੱਚ ਆਏ ਅਤੇ ਰਾਜੇ ਨੂੰ ਦੱਸਿਆ ਕਿ ਬੱਚੇ ਦੀ ਮੌਤ ਦਾ ਕਾਰਨ ਉਸਦੇ ਪਿਛਲੇ ਜਨਮ ਦੇ ਕੁਕਰਮ ਹਨ। ਪਰ ਰਾਜੇ ਨੇ ਇਸ ਗੱਲ 'ਤੇ ਵਿਸ਼ਵਾਸ ਨਾ ਕੀਤਾ। ਉਸਨੇ ਬ੍ਰਹਮਾ ਅੱਗੇ ਬੜੇ ਵਾਸਤੇ ਪਾਏ। ਜਦੋਂ ਬ੍ਰਹਮਾ ਨੂੰ ਕੋਈ ਰਾਹ ਨਾ ਦਿਸਿਆ ਤਾਂ ਉਸਨੇ ਬੱਚੇ ਵਿੱਚ ਮੁੜ ਜਾਨ ਫੂਕਣੀ ਚਾਹੀ, ਪਰ ਉਦੋਂ ਤੱਕ ਬੱਚੇ ਦਾ ਮੁਰਦਾ ਸਰੀਰ
ਸੜ ਗਲ ਗਿਆ ਸੀ। ਸੋ ਬ੍ਰਹਮਾ ਨੇ ਰਾਜੇ ਨੂੰ ਕਿਹਾ ਕਿ ਕਿਸੇ ਸ਼ਿਲਪੀ ਤੋਂ ਬੱਚੇ ਦੀ ਮੂਰਤੀ ਬਣਾਈ ਜਾਵੇ। ਰਾਜੇ ਦਾ ਕੋਈ ਵੀ ਸ਼ਿਲਪੀ ਮੂਰਤ ਨਾ ਬਣਾ ਸਕਿਆ। ਅਖੀਰ ਬ੍ਰਹਮਾ ਨੇ ਵਿਸ਼ਵਕਰਮਾ ਨੂੰ ਸੱਦਿਆ ਅਤੇ ਉਸ ਵਿੱਚ ਆਪਣੀ ਸਿਰਜਣਾ ਸ਼ਕਤੀ ਦਾ ਕੁਝ ਅੰਸ਼ ਸਿੰਜਿਆ। ਵਿਸ਼ਵਕਰਮਾ ਨੇ ਮਿੱਟੀ ਨੂੰ ਗੁੰਨ ਕੇ ਬੱਚੇ ਦੀ ਮੂਰਤੀ ਬਣਾਈ ਜੋ ਅਸਲ ਨਾਲ ਇੰਨ ਬਿੰਨ ਮੇਲ ਖਾਂਦੀ ਸੀ। ਇਸ ਸੰਸਾਰ ਦੀ ਪਹਿਲੀ ਕਲਾ ਮੂਰਤੀ ਕਲਾ ਸੀ। ਬ੍ਰਹਮਾ ਨੇ ਇਸ ਮੂਰਤੀ ਵਿੱਚ ਜਾਨ ਪਾ ਦਿੱਤੀ। ਉਦੋਂ ਤੋਂ ਸੰਸਾਰ ਵਿੱਚ ਕਲਾ ਦਾ ਜਨਮ ਹੋਇਆ। ਇਹ ਵਿਚਾਰ ਨੇ ਡਾਕਟਰ ਵਣਜਾਰਾ ਵੇਦੀ ਜੀ ਦੇ ਜੋ ਕਿ ਉਹਨਾਂ ਨੇ ਲੋਕਧਾਰਾ ਵਿਸ਼ਵਕੋਸ਼ ਦੇ ਵਿੱਚ ਦਿੱਤਾ ਹੈ। ਸੋ ਆਪਾਂ ਨੇ ਲੋਕ ਕਲਾ ਕੀ ਹੁੰਦੀ ਹੈ ਇਸ ਬਾਰੇ ਪੜ੍ਹਿਆ। ਅੱਗੇ ਆਪਾਂ ਪੜ੍ਹਦੇ ਹਾਂ ਲੋਕ ਕਲਾਵਾਂ ਬਾਰੇ।